ਵੱਡਾ ਬੇਟਾ ਸੀ, ਉਹਦੇ ਘਰ ਇੱਕ ਪੋਤਰਾ ਤੇ ਇੱਕ ਪੋਤਰੀ ਸੀ, ਤੇ ਛੋਟੇ ਬੇਟੇ ਦੇ ਘਰ ਵੀ ਪੋਤਰਾ ਸੀ। ਤੇ ਐਰਕਾਂ ਮੈਂ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਜੇ ਪੋਤਰੀ ਹੋਏਗੀ ਨਾ, ਤੇ ਇੱਕ ਮਨ ਦੇ ਵਿੱਚ ਚਾਹ ਹੀ ਆਪਾਂ ਮੈਸੇਜ ਦੇਣਾ ਚਾਹੁੰਦੇ ਹਾਂ ਦੁਨੀਆ ਨੂੰ ਵੀ ਆਪਾਂ ਨੂੰ ਸਿੱਕਿਆਂ ਨਾਲ ਤੋਲ ਕੇ ਤੇ ਉਹਦਾ ਜੀ ਆਇਆ ਕਰਨਾ ਵਾ। ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ। ਮੈਂ ਹਾਂ ਗੁਰਮੀਤ ਰਾਜਾ ਅੰਮ੍ਰਿਤਸਰ ਤੋਂ। ਕਹਿੰਦੇ ਧੀਆਂ ਜਿਹੜੀਆਂ ਹੈਗੀਆਂ ਘਰ ਦਾ ਸ਼ਿੰਗਾਰ ਹੁੰਦੀਆਂ ਆ, ਲੇਕਿਨ ਸਮੇਂ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਆ ਸਮਾਂ ਬਦਲਦਾ ਗਿਆ ਔਰ ਧੀਆਂ ਨੂੰ ਜਿਹੜਾ ਹੈਗਾ ਕੁੱਖ 'ਚ ਮਾਰਨਾ ਉਹ ਲੋਕਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ, ਕਿਉਂਕਿ ਸਮਾਂ ਇਸ ਤਰ੍ਹਾਂ ਦਾ ਆ ਰਿਹਾ ਹੈਗਾ ਆ। ਹਰ ਕੋਈ ਬੰਦਾ ਜਿਹੜਾ ਹੈਗਾ ਸੀ ਪੁੱਤ ਹੀ ਚਾਹੁੰਦਾ ਸੀ ਆਪਣੇ ਘਰ ਵਿੱਚ ਕਿ ਮੇਰੇ ਘਰ ਵਿੱਚ ਮੁੰਡਾ ਹੀ ਹੋਵੇ, ਲੇਕਿਨ ਧੀਆਂ ਨੂੰ ਜਿਹੜਾ ਹੈਗਾ ਸੀ ਕੁੱਖ 'ਚ ਮਾਰਦੇ ਸੀ। ਇਹ ਗੱਲ ਭੁੱਲ ਜਾਂਦੇ ਸੀ ਕਿ ਜੇ ਧੀਆਂ ਨੂੰ ਆਪਾਂ ਕੁੱਖ ਵਿੱਚ ਮਾਰ ਦਾਂਗੇ ਤੇ ਜਿਹੜਾ ਉਹਨਾਂ ਦੇ ਘਰ ਪੁੱਤ ਹੋਏਗਾ ਉਹਦਾ ਵਿਆਹ ਕਿਹਦੇ ਨਾਲ ਕਰਾਂਗੇ। ਇਹ ਗੱਲ ਜਿਹੜੀ ਵੱਡੀ ਹੈਗੀ ਆ ਕਿ ਜੇ ਆਪਾਂ ਆંકੜਿਆਂ ਦੀ ਗੱਲ ਕਰੀਏ ਤਾਂ ਹਿੰਦੁਸਤਾਨ ਦੇ ਆંકੜੇ ਵੀ ਇੰਨੀ ਗੱਲ ਕਹਿੰਦੇ ਹੈਗੇ ਆ ਕਿ ਜੇ ਮੁੰਡੇ ਜਿਹੜੇ ਹੈਗੇ ਆ ਤਕਰੀਬਨ 70% ਹੈਗੇ ਆ, ਕਿ ਧੀਆਂ ਜਿਹੜੀਆਂ ਹੈਗੀਆਂ ਤਕਰੀਬਨ ਉਹ 30% ਹੈਗੀਆਂ ਕਿ ਤੁਸੀਂ ਆਪ ਹੀ ਸਮਝ ਸਕਦੇ ਹੈਗੇ ਜੇ ਕਿ 40% ਮੁੰਡੇ ਉਹ ਕਿਹਦੇ ਨਾਲ ਵਿਆਹੇ ਜਾਣਗੇ। ਇਹ ਵੱਡੀ ਗੱਲ ਸਵਾਲ ਹੈਗੀ ਆ। ਅਸੀਂ ਤੁਹਾਨੂੰ ਇੱਕ ਇਹੋ ਜਿਹੇ ਬਜ਼ੁਰਗ ਨਾਲ ਬੁਲਾਉਣ ਜਾ ਰਹੇ ਹੈਗੇ ਆ ਜਿਹੜੇ ਕਿ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਰਹਿੰਦੇ ਨੇ ਔਰ ਦੀਵਾਲੀ ਵਾਲੇ ਦਿਨ ਉਹਨਾਂ ਦੇ ਘਰ ਧੀ ਨੇ ਜਨਮ ਲਿਆ। ਉਹਨਾਂ ਨੇ ਇਸ ਖੁਸ਼ੀ ਦਾ ਇਜ਼ਹਾਰ ਇਸ ਤਰ੍ਹਾਂ ਕੀਤਾ ਕਿ ਦੇਸ਼ ਦੁਨੀਆ ਦੇ ਵਿੱਚ ਉਹ ਫੇਮਸ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪਾਲ ਸਿੰਘ ਖਾਲਸਤਾਨੀ, ਅਕਾਲ ਖਾਲਸਾ ਦਲ ਦਾ ਮੀਤ ਜਥੇਦਾਰ ਤੇ ਜਥਾ 6 ਜੂਨ ਪਿੰਡ ਰਾਇਲ ਦਾ ਮੁੱਖ ਸੇਵਾਦਾਰ। ਵੇਖੋ ਜੀ, ਮੈਂ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਇਲ ਦਾ ਪੈਰੋਕਾਰ। ਮੇਰਾ ਜਿਹੜਾ ਯੋਧਾ ਸੀ, ਮਹਾਨ ਯੋਧਾ ਸੀ, ਉਹ ਧੀਆਂ ਦਾ ਬਹੁਤ ਸਤਿਕਾਰ ਕਰਦੇ ਸੀ। ਤੇ ਸਾਡੇ ਦਿਲ ਦੇ ਵਿੱਚ ਵੀ ਵੇਖੋ ਜੇ ਉਹ ਸਾਡਾ ਯੋਧਾ ਸਤਿਕਾਰ ਕਰਦਾ ਤੇ ਸਾਡੇ ਵਿੱਚ ਵੀ ਫਿਰ ਉਹੋ ਹੀ ਵੀ ਮਤਲਬ ਸੋਚ ਰੱਖਦੇ ਆ ਨਾ ਕਿ ਆਪਾਂ ਧੀਆਂ ਦਾ ਸਤਿਕਾਰ ਕਰਨਾ ਵਾ। ਪਹਿਲਾਂ ਵੱਡਾ ਬੇਟਾ ਸੀ, ਉਹਦੇ ਘਰ ਇੱਕ ਪੋਤਰਾ ਤੇ ਇੱਕ ਪੋਤਰੀ ਸੀ, ਤੇ ਛੋਟੇ ਬੇਟੇ ਦੇ ਘਰ ਵੀ ਪੋਤਰਾ ਸੀ। ਤੇ ਐਰਕਾਂ ਮੈਂ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਜੇ ਪੋਤਰੀ ਹੋਏਗੀ ਨਾ, ਤੇ ਇੱਕ ਮਨ ਦੇ ਵਿੱਚ ਚਾਹ ਹੀ ਆਪਾਂ ਮੈਸੇਜ ਦੇਣਾ ਚਾਹੁੰਦੇ ਹਾਂ ਦੁਨੀਆ ਨੂੰ ਵੀ ਆਪਾਂ ਨੂੰ ਸਿੱਕਿਆਂ ਨਾਲ ਤੋਲ ਕੇ ਤੇ ਉਹਦਾ ਜੀ ਆਇਆ ਕਰਨਾ ਵਾ। ਫਿਰ ਇਹ ਆਪਾਂ ਘਰ ਨਹੀਂ ਕੀਤਾ, ਇਹੀ ਹਸਪਤਾਲ ਦੇ ਵਿੱਚ ਹੀ ਉਹ ਡਾਕਟਰਾਂ ਦੀ ਸਲਾਹ ਲਈ। ਡਾਕਟਰ ਕਹਿੰਦੇ ਵੀ ਬਹੁਤ ਵਧੀਆ ਸਟੈਪ ਚੁੱਕ ਰਹੇ ਤੁਸੀਂ, ਇੱਕ ਮੈਸੇਜ ਆਏਗਾ ਵੀ ਦੁਨੀਆ ਦੇ ਉੱਤੇ ਵੀ ਜਿਹੜੀ ਧੀਆਂ ਦਾ ਕਿੱਦਾਂ ਸਤਿਕਾਰ ਕਰਨਾ। ਅਸੀਂ ਉਸ ਨੰਨੀ ਜੀ ਪਰੀ ਦਾ ਸਿੱਕਿਆਂ ਨਾਲ ਤੋਲ ਕੇ ਹਾਰ ਸ਼ਿੰਗਾਰ ਕਰਕੇ ਤੱਕੜੀ ਨਾਲ ਤੇ ਉਹਦਾ ਜੀ ਆਇਆ ਕੀਤਾ। ਫਿਰ ਆਪਾਂ ਜਿੰਨਾ ਵੀ ਸਟਾਫ ਹੈਗਾ ਸਾਰਿਆਂ ਦੇ ਵਿੱਚ ਉੱਥੇ ਮਠਿਆਈ ਵੰਡੀ ਗਈ ਤੇ ਬੇਟੀ ਦਾ ਜੀ ਆਇਆ ਕੀਤਾ। ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ। ਧੰਨ ਧੰਨ ਗ੍ਰੰਥ ਸਾਹਿਬ ਜੀ ਆ, ਧੰਨ ਗੁਰੂ ਨਾਨਕ ਜੀ ਦਾ ਉਹ ਮਾਲਕ ਜਿਹੜਾ ਸਾਰੀ ਦੁਨੀਆ ਨੂੰ ਪਾਲਦਾ ਵਾ, ਉਹਦਾ ਕੋਟ ਧੰਨਵਾਦ ਕਰਦੇ ਹਾਂ ਵੀ ਸਾਡੇ ਘਰ ਧੀ ਨੇ ਜਨਮ ਲਿਆ ਵਾ। ਤੇ ਬੜੀ ਖੁਸ਼ੀ ਆ ਮਹਾਰਾਜ, ਖੁਸ਼ੀ ਇੰਨੀ ਖੁਸ਼ੀ ਆ ਵੀ ਆਪਾਂ ਬਿਆਨ ਨਹੀਂ ਕਰ ਸਕਦੇ। ਤੇ ਜਿਹੜੇ ਕੋਖ ਦੇ ਵਿੱਚ ਜਿਹੜੇ ਬੱਚੀਆਂ ਨੂੰ ਮਾਰਦੇ ਆ, ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਦਾ ਵਾਂ, ਜਿਹੜਾ ਕੋਖ ਦੇ ਵਿੱਚ ਮਾਰਿਆ ਅਕਸਰ ਉਹ ਇਨਸਾਨ ਹੈਗਾ ਨਾ, ਬੰਦਾ ਸੋਚਦਾ ਵੀ ਮੇਰੇ ਘਰ ਜਾਂ ਜਨਾਨੀ ਸੋਚਦੀ ਆ ਮੇਰੇ ਘਰ ਪੁੱਤ ਜੰਮੇ। ਤੇ ਜੇ ਧੀ ਹੋਏਗੀ ਤੇ ਆਪਣਾ ਪੁੱਤ ਜੰਮੇਗੀ ਨਾ। ਜੇ ਧੀ ਨਹੀਂ ਹੋਏਗੀ ਦੁਨੀਆ 'ਤੇ ਵੇਖੋ, ਜੇ ਲੜਕੀਆਂ ਨਹੀਂ ਹੋਣਗੀਆਂ ਤਾਂ ਮੁੰਡੇ ਵਿਆਹ ਕਿਸ ਤਰ੍ਹਾਂ ਕਰਨਗੇ। ਜੇ ਮੁੰਡੇ ਚਲੋ 19-21 ਦਾ ਫਰਕ ਹੁੰਦਾ ਕਿਸੇ ਵੇਲੇ ਆંકੜਿਆਂ ਦੇ ਵਿੱਚ, ਲੇਕਿਨ 50-50 ਦਾ ਜੇ ਫਰਕ ਪੈ ਜੇ ਫਿਰ ਤਾਂ ਦੁਨੀਆ ਚੱਲੇਗੀ ਨਹੀਂ। ਬਾਬਾ ਜੇ ਆਪਾਂ ਗੱਲ ਕਰੀਏ ਤਕਰੀਬਨ ਬੜੀ ਵੱਡੀ ਤੁਸੀਂ ਲੋਕਾਂ ਨੂੰ ਸੀਖ ਵੀ ਦੇ ਰਹੇ ਹੈਗੇ ਹੋ, ਉਹ ਤੁਸੀਂ ਫੇਮਸ ਵੀ ਹੋ ਚੁੱਕੇ ਹੈਗੇ ਹੋ, ਕਿਉਂਕਿ ਚਾਂਦੀ ਦੇ ਸਿੱਕਿਆਂ ਨਾਲ ਬੇਟੀ ਨੂੰ ਜਿਹੜਾ ਹੈਗਾ ਜਦੋਂ ਉਹਦਾ ਜਨਮ ਹੋਇਆ ਤੁਸੀਂ ਉਹਨੂੰ ਤੋਲ ਕੇ ਜਿਹੜੀ ਆਪਣੀ ਖੁਸ਼ੀ ਜ਼ਾਹਰ ਕੀਤੀ। ਲੇਕਿਨ ਜੇ ਆਪਾਂ ਗੱਲ ਕਰੀਏ ਲੋਕ ਤੇ ਪੇਟ ਦੇ ਵਿੱਚ ਜਿਹੜੇ ਹੈਗੇ ਆ ਉਹ ਕੁੱਖਾਂ ਦੇ ਵਿੱਚ ਜਿਹੜਾ ਹੈਗਾ ਬੱਚੀਆਂ ਨੂੰ ਧੀਆਂ ਨੂੰ ਮਾਰ ਦਿੰਦੇ ਹੋ। ਵੇਖੋ ਜੀ, ਇਹ ਜਿਹੜੀ ਧੀ ਹੁੰਦੀ ਆ ਇਹ ਘਰ ਦਾ ਸ਼ਿੰਗਾਰ ਹੁੰਦੀਆਂ ਨੇ। ਜਿਸ ਘਰ ਦੇ ਵਿੱਚ ਧੀ ਨਾ ਹੋਵੇ ਤੇ ਉਹ ਉਜੜਿਆ ਹੀ ਘਰ ਲੱਗਦਾ ਵਾ। ਕਿਉਂਕਿ ਜੇ ਵੇਖੋ ਜੇ ਧੀ ਹੋਏਗੀ ਘਰ, ਵੇਖੋ ਧੀ ਹੋਏਗੀ ਤੇ ਫਿਰ ਆਪਣਾ ਉਹਦਾ ਵਿਆਹ ਕਰਾਂਗੇ ਤੇ ਜਵਾਈ ਆ ਜਾਂਦਾ, ਠੀਕ ਹੈ ਨਾ ਜੀ। ਫਿਰ ਉਹ ਦਾਦੀ ਪੋਤਿਆਂ ਤੱਕ ਕਿੰਨਾ ਵੱਡਾ ਰਿਸ਼ਤਾ ਨਿਭਾਉਂਦੀ ਹੈਗੀ ਆ। ਯਾਨੀ ਇੱਕ ਵੰਸ਼ ਨੂੰ ਅੱਗੇ ਚਲਾਉਣ ਦਾ ਜ਼ਰੀਆ ਹੈਗਾ ਉਹ ਬੇਟੀਆਂ ਹੈਗੀਆਂ ਵਾ। ਬੇਟੀ ਤੋਂ ਹੀ ਸਾਰਾ ਸੰਸਾਰ ਚੱਲਣ ਡਿਆ ਵਾ। ਵੇਖੋ ਜੇ ਆਪਾਂ ਕਹੀਏ ਨਾ ਵੀ ਸਾਰੇ ਬੰਦੇ ਆਪਣਾ ਮੁੰਡੇ ਹੀ ਜੰਮਪਣ ਸਾਰੀ ਦੁਨੀਆ 'ਤੇ ਫਿਰ ਤਾਂ ਸੰਸਾਰ ਚੱਲੇਗਾ ਨਹੀਂ। ਉਹ ਜਿਹੜਾ ਮਾਲਕ ਹੈ ਉਹ ਵਾਹਿਗੁਰੂ ਹੈ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਵਾ। ਜਿਹਦੀ ਜਿੰਨੀ ਬਨਸਪਤੀ ਆ ਉਹਦੇ ਅੰਡਰ ਚੱਲ ਰਹੀ ਹੈਗੀ ਆ, ਜਿੰਨੇ ਜੀਵ ਜੰਤੂ ਉਹਦੇ ਅੰਡਰ ਚੱਲਣ ਡੇ ਹੈਗੇ ਆ,
ਉਹ ਸਿਰਫ ਸਾਰਿਆਂ ਦਾ ਘਰ ਰੱਖਦਾ ਗਾ, ਉਹ ਸਭ ਵੇਖਦਾ ਵਾ, ਸਭ ਦੇਖਦਾ ਪਿਆ ਵਾ ਵੀ ਆਪਣਾ ਉਹਨੇ ਇਸ ਦੁਨੀਆ ਨੂੰ ਚਲਾਉਣਾ ਵਾ, ਉਹਨੇ ਚਲਾਉਣ ਦਾ ਆਪਣਾ ਸਿਸਟਮ ਬਣਾਇਆ ਹੋਇਆ ਵਾ। ਵਿਕਾਸ ਕਿਹਨੂੰ ਕਹਿੰਦੇ ਹੈਗੇ ਆ ਵੀ ਜੇ ਅੱਗੇ ਵਧਣਾ ਵਾ ਉਹਨੂੰ ਕਹਿੰਦੇ ਵਿਕਾਸ। ਇਸ ਤਰ੍ਹਾਂ ਹੀ ਆ ਧੀਆਂ ਉਹਨਾਂ ਦਾ ਸਤਿਕਾਰ ਕਰੋ, ਧੀਆਂ ਨੂੰ ਨਾ ਕੁੱਖਾਂ 'ਚ ਮਾਰੋ। ਮੈਂ ਨਾ ਉਹ ਪਿੱਛਾ 'ਚ ਲੋਕ ਹੈਗੇ ਨੇ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ। ਜੇ ਪੁੱਤ ਦੀ ਗੱਲ ਕਰੀ ਕਿ ਪੁੱਤ ਕਹਿੰਦੇ ਆ ਜ਼ਮੀਨ ਜਾਇਦਾਦ ਵੰਡਦੇ ਆ ਕਿ ਧੀਆਂ ਜਿਹੜੀਆਂ ਹੈਗੀਆਂ ਆ ਮਾਂ ਪਿਓ ਦਾ ਦੁੱਖ ਵੰਡਦੀਆਂ। ਵੇਖੋ ਜੀ ਇੱਕ ਤਾਂ ਹੁਣ ਜੇ ਕਾਨੂੰਨ ਬਣਾਤਾ ਇਹਨਾਂ ਨੇ ਵੀ ਧੀ ਦਾ ਵੀ ਹਿੱਸਾ ਹੈਗਾ ਵਾ, ਉਹਦੇ ਕਾਨੂੰਨ ਬਣਾਤਾ ਨਾ ਇਹਨਾਂ ਵੀ ਧੀਆਂ ਨੂੰ ਬਰਾਬਰ ਦਾ ਹਿੱਸਾ। ਚਲੋ ਮੈਂ ਮੰਨਦਾ ਵਾ ਬਰਾਬਰ ਦਾ ਹਿੱਸਾ ਹੋਣਾ ਚਾਹੀਦਾ ਵਾ, ਲੇਕਿਨ ਮਾਂ ਪਿਓ ਨੂੰ ਵੀ ਇਹ ਸੋਚਣਾ ਚਾਹੀਦਾ ਵਾ ਵੀ ਧੀ ਮੰਗੇ ਨਾ ਉਹਨੂੰ ਆਪਣੀ ਖੁਸ਼ੀ ਨਾਲ ਭੈਣ ਭਰਾ ਰਜਾਮੰਦੀ ਨਾਲ ਘਰ ਦੇ ਵਿੱਚ ਸਮਾਈ ਹੋ ਗਏ, ਇੱਕ ਥਾਂ ਬਹਿ ਗਏ, ਉਹਨੂੰ ਕਹਿਣ ਵੀ ਧੀਏ ਆ ਵੀ ਆਹ ਤੇਰਾ ਹਿੱਸਾ ਬਣਦਾ ਗਾ, ਉਹ ਮਜ਼ਾ ਆਉਂਦਾ ਵਾ। ਅਤੇ ਜੇ ਧੀਆਂ ਚੁੱਕ ਕੇ ਆਪਣੇ ਅਦਾਲਤਾਂ 'ਚ ਤੁਰੀਆਂ ਫਿਰਨੀਆਂ ਉੱਧਰ ਮੇਰੀ ਗੱਲ ਸੁਣੋ, ਅਤੇ ਉਹ ਫਿਰ ਮਾਂ ਪਿਓ ਦਾ ਨਾ ਵੀ ਪਿਆਰ ਬਣਦਾ, ਭੈਣ ਭਰਾਵਾਂ ਨਾਲ ਨਹੀਂ ਬਣਦਾ, ਇੱਕ ਸ਼ਰੀਕਾ ਜਿਹਾ ਬਣ ਜਾਂਦਾ ਹੈਗਾ ਵਾ। ਅਤੇ ਮੈਂ ਦੁਨੀਆ ਨੂੰ ਇੱਕ ਬੇਨਤੀ ਕਰਦਾ ਵਾਂ, ਜਿੰਨੇ ਜੋਗੇ ਹੈਗੇ ਜੇ ਧੀਆਂ ਦਾ ਸਾਥ ਦਿਆ ਕਰੋ। ਵਿਆਹੁਣ ਤੋਂ ਬਾਅਦ ਵੇਖੋ ਗ੍ਰਿਸ਼ਤੀ ਵਿੱਚ ਭੈਣ ਭਰਾਵਾਂ ਦੇ ਵਿੱਚ ਗਾਂ ਜਦੋਂ ਗ੍ਰਿਸ਼ਤੀ 'ਚ ਭਰਾ ਵੀ ਚੱਲ ਜਾਂਦੇ ਅਤੇ ਉਹਨਾਂ ਦਾ ਵੀ ਹੱਥ ਟੈਟ ਹੋ ਜਾਂਦਾ, ਕਿਸੇ ਵੇਲੇ 100 ਹੋ ਜਾਂਦਾ ਵਾ। ਮੈਂ ਨਾ ਜਿੰਨੇ ਜੋਗੇ ਹੈਗੇ ਨਾ ਧੀਆਂ ਦਾ ਸਾਥ ਦਿਆ ਕਰੋ, ਧੀਆਂ ਦੀ ਬਾਂਹ ਫੜ ਲਿਆ ਕਰੋ। ਉਹ ਤੁਹਾਡੇ ਕੋਲ ਕੁਛ ਨਹੀਂ ਮੰਗਦੀਆਂ, ਕੁਛ ਨਹੀਂ ਮੰਗਦੀਆਂ। ਮੈਨੂੰ ਪਤਾ ਵਾ ਧੀਆਂ ਜਦੋਂ ਇੱਕ ਵਾਰੀ ਵਿਆਹੀ ਜਾਂਦੀਆਂ ਨਾ ਤੁਹਾਡੇ ਕੋਲ ਕੁਛ ਨਹੀਂ ਮੰਗਦੀਆਂ। ਅਤੇ ਮਾਂ ਪਿਓ ਨੂੰ ਚਾਹੀਦਾ, ਭੈਣ ਭਰਾਵਾਂ ਚਾਹੀਦਾ ਵੀ ਧੀਆਂ ਦਾ ਸਾਥ ਦਿਓ, ਇਹਨਾਂ ਦਾ ਸਤਿਕਾਰ ਕਰੋ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਅੱਗੇ। ਬਾਬਾ ਜੀ ਜੇ ਆਪਾਂ ਗੱਲ ਕਰੀਏ ਕਿ ਸਮੇਂ-ਸਮੇਂ 'ਤੇ ਸਰਕਾਰਾਂ ਵੀ ਕਹਿੰਦੀ ਰਹੀਆਂ, ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਜਿਹੜਾ ਹੈਗਾ ਸੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਇੱਕ ਲਾਇਆ ਗਿਆ ਸੀ। ਲੇਕਿਨ ਕਿਤੇ ਨਾ ਕਿਤੇ ਲੋਕ ਜਿਹੜੇ ਹੈਗੇ ਆ ਆਪਣੀ ਅੜੀਏ ਰਵੱਈਏ ਦੀ ਗੱਲ ਕਰੀਏ ਕਿ ਜਾਂ ਆਪਾਂ ਸਮਝਦੇ ਕਿ ਉਹ ਬੰਦੇ ਮੂਰਖ ਕਹਿ ਲਈਏ ਕਿ ਇਹਨਾਂ ਗੱਲਾਂ ਨੂੰ ਸਿਰਫ ਕਿਤਾਬੀ ਸਮਝਦੇ ਹੈਗੇ ਨੇ ਕਿ ਪੜ੍ਹ ਲਿਆ ਸੁਣ ਲਿਆ ਔਰ ਮੁੜ ਕੇ ਉਹਦੇ ਉੱਤੇ ਵਿਚਾਰ ਨਾ ਕੀਤਾ। ਵੇਖੋ ਜੇ ਤੁਸੀਂ ਬਾਦਲਾਂ ਦੀ ਗੱਲ ਕਰਦੇ ਜੇ, ਬਾਦਲਾਂ ਗੱਲ ਦੇ ਸਾਨੂੰ ਇਹਨਾਂ ਦੀ ਗੱਲ ਹਜਮ ਹੀ ਨਹੀਂ ਹੁੰਦੀ। ਪਹਿਲੀ ਗੱਲ ਅਸੀਂ ਖਾਲਿਸਤਾਨੀਆਂ ਨੂੰ ਹਜਮ ਨਹੀਂ ਹੁੰਦੀ। ਵੇਖੋ ਜਿਹੜਾ ਬੰਦਾ ਰਾਜ ਕਰਦਾ ਪਿਆ, ਅਕਾਲੀ ਨੇ ਰਾਜ ਕੀਤਾ, ਇਹਨਾਂ ਦੇ ਰਾਜ ਵਿੱਚ ਧੰਨ ਆਪ ਜੀ ਸਹਿਮਤ ਜੇ ਨਾ ਇਸ ਗੱਲ ਨਾਲ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਸਕਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਬੇਅਦਬੀ ਕਰਾ ਸਕਦੇ ਨੇ, ਉਹਨਾਂ ਧੀਆਂ ਭੈਣਾਂ ਦਾ ਜਾਂ ਉਹਨਾਂ ਦਾ ਕੀ ਸਤਿਕਾਰ ਕਰਨਾ ਸੀ? ਕੀ ਨੰਨੀ ਪਰੀ ਦਾ ਸਤਿਕਾਰ ਕਰਨਾ ਸੀ ਜੀ ਉਹਨਾਂ ਨੇ? ਜਿਹੜੇ ਆਪਣੇ ਗੁਰੂ ਦੀ ਨਹੀਂ ਹੋਏ ਉਹ ਨੰਨੀ ਪਰੀਆਂ ਦੇ ਕਿੱਥੋਂ ਹੋ ਜਾਣੇ ਸੀ? ਮੈਂ ਇਹ ਪੁੱਛਦਾ ਵਾਂ ਤੁਹਾਨੂੰ ਵੀ, ਸਾਰੇ ਪੱਤਰਕਾਰਾਂ ਸਵਾਲ ਕਰਦਾ, ਸਾਰੀਆਂ ਦੁਨੀਆ ਨੂੰ ਪਹਿਲਾਂ ਵੀ ਸਵਾਲ ਤਾਂ ਤੁਹਾਡਾ ਠੀਕ ਆ ਵੀ ਨੰਨੀ ਪਰੀ ਦਾ ਇੱਕ ਹੋਕਾ ਦੇਤਾ ਵੀ ਨੰਨੀ ਪਰੀ। ਇਹ ਸਿਰਫ ਵੋਟਾਂ ਲੈਣ ਲਈ ਸਿਰਫ ਸਾਰਾ ਪ੍ਰਚਾਰ ਕਰਦੇ ਹੈਗੇ ਆ। ਇੰਨੇ ਜੋਗੇ ਹੁੰਦੇ ਤੇ ਅੱਜ ਆਪਣੇ ਰਾਜ ਦੇ ਵਿੱਚ ਧੰਨ ਜੋ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਉਹਨਾਂ ਨੂੰ ਫੜ ਕੇ ਫਾਂਸੀ ਚਾੜਿਆ ਹੁੰਦਾ ਤੇ ਪਤਾ ਲੱਗਦਾ ਵੀ ਨੰਨੀ ਪਰੀ ਵਾਲੇ ਵੀ ਇੱਥੇ ਰਹਿੰਦੇ ਹੈਗੇ ਆ। ਪਰ ਜੇ ਆਪਾਂ ਗੱਲ ਕਰੀਏ ਕਾਂਗਰਸ ਦੀ, ਕਿ ਕਾਂਗਰਸ ਵੀ ਕਹਿੰਦੀ ਪਈ ਸੀ ਜਦੋਂ ਮਤਲਬ ਕਿ ਸਾਡਾ ਤੁਸੀਂ ਸਰਕਾਰ ਲਿਆਓਗੇ ਤੇ ਅਸੀਂ ਜਿਹੜੇ ਗਏ ਆ ਉਹ ਜਿਹੜੇ ਹੈਗੇ ਬਹਿਬਲ ਕਲਾ ਦੇ ਕਾਂਡ ਦੇ ਦੋਸ਼ੀ ਕਰੀਕ ਜਾਂ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ। ਲੇਕਿਨ ਸਮੇਂ ਦੇ ਨਾਲ ਸਰਕਾਰਾਂ ਬਦਲੀਆਂ, ਲੇਕਿਨ ਉਹਨਾਂ ਦਾ ਕੰਮ ਉੱਥੇ ਦਾ ਉੱਥੇ ਹੀ ਹੈ। ਵੇਖੋ ਜੀ ਜਿਹੜੇ ਧਾਰਮਿਕ ਗ੍ਰੰਥ ਹੁੰਦੇ ਆ ਨਾ, ਉਹ ਬਾਈਬਲ ਲੈ ਲਓ, ਗੀਤਾ ਲੈ ਲਓ, ਗੁਰੂ ਗ੍ਰੰਥ ਸਾਹਿਬ ਜੀ ਲੈ ਲਓ, ਵੇਖੋ ਇਹ ਸਤਿਕਾਰਯੋਗ ਨੇ, ਬਹੁਤ ਜ਼ਿਆਦਾ ਸਤਿਕਾਰਯੋਗ ਨੇ ਦੁਨੀਆ 'ਤੇ। ਆਪਾਂ ਜੇ ਇਹਨਾਂ ਨਾਲ ਪਿਆਰ ਕਰਨਾ ਸ਼ੁਰੂ ਕਰ ਦਾਂਗੇ ਨਾ, ਫਿਰ ਤਾਂ ਦੁਨੀਆ 'ਤੇ ਵਿਤਕਰਾ ਹੈ ਹੀ ਕੋਈ ਨਹੀਂ ਆ, ਫਿਰ ਤਾਂ ਲੜਾਈ ਵੀ ਕਿਸੇ ਗੱਲ ਦੀ ਨਹੀਂ ਹੈਗੀ। ਮੈਂ ਇੱਕ ਬੇਨਤੀ ਕਰਦਾ ਵਾਂ, ਉਹ ਰਾਜਾ ਅਮਰਿੰਦਰ ਸਿੰਘ ਜਿਹਨੂੰ ਕਹਿੰਦੇ ਰਾਜਾ ਵਾ, ਉਹਨੇ ਸਹੁੰ ਖਾ ਲਈ ਵੀ ਗੁਰਕਾ ਸਾਹਿਬ ਹੱਥ ਫੜ ਕੇ ਮੱਥੇ ਨਾਲ ਲਾ ਲਿਆ ਵੀ ਮੈਂ 2 ਹਫ਼ਤਿਆਂ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦਾਂਗਾ। ਜਿਹੜਾ ਆਪਣਾ ਬੰਦਾ ਕੌਲ 'ਤੇ ਨਹੀਂ ਰਿਹਾ, ਜਿਹੜਾ ਆਪਣੇ ਜ਼ਬਾਨ 'ਤੇ ਨਹੀਂ ਰਿਹਾ, ਧੰਨ ਗੁਰੂ ਸਾਹਿਬ ਦੀ ਆਪਣਾ ਸਹੁੰ ਖਾ ਕੇ ਮੱਥੇ ਨਾਲ ਲਾ ਕੇ ਵੇਖ ਲਓ ਅੱਜ ਕੀ ਆ। ਭਾਵੇਂ ਜੋ ਮਰਜ਼ੀ ਆ, ਹਜੇ ਉਹਦਾ ਪੀਰੀਅਡ ਪੂਰਾ ਨਹੀਂ ਹੋਇਆ, ਉਹ ਕਿਉਂ ਪਿਛਾਂ ਹਟ ਖੜ ਗਿਆ? ਹਟਾਉਣ ਵਾਲੇ ਕੌਣ ਹੈ ਫਿਰ? ਤੇ ਗੁਰੂ ਸਾਹਿਬ ਹੀ ਆ ਨਾ ਵੀ ਚੱਲ ਪੁੱਤ ਇੱਧਰ ਆ ਹਾਂ, ਤੂੰ ਤੇ ਸਹੁੰ ਖਾਲੀ, ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈਗਾ। ਹੁਣ ਵੇਖੋ ਨਵਾਂ ਇਹ ਆਪਣਾ ਉਹਨਾਂ ਅੱਗੋਂ ਮਤਲਬ ਤੁਸੀਂ ਸਮਝਦੇ ਇਸ ਗੱਲ ਨੂੰ ਕਿ ਜੇ ਉਹਨੇ ਕੈਪਟਨ ਸਾਹਿਬ ਨੇ ਹੈਗੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਜੇ ਆਪਾਂ ਗੱਲ ਕਰੀਏ ਕਿ ਜਾਂ ਫਿਰ ਗੁਟਕਾ ਸਾਹਿਬ ਨੂੰ ਜਿਹੜਾ ਸੀ ਉਹਨੂੰ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਕਿ ਉਹਨਾਂ ਨੇ ਉਸ ਸਹੁੰ ਦੇ ਉੱਤੇ ਝੂਠੀ ਸਹੁੰ ਆਪਾਂ ਕਹਿ ਸਕਦੇ ਹਾਂ ਨਾ, ਨੇਪਰੇ ਨਹੀਂ ਚੜੇ, ਤੇ ਸਰਕਾਰ ਵੱਲੋਂ ਜਿਹੜਾ ਹੈਗਾ ਸੀ ਸੈਂਟਰ ਵੱਲੋਂ ਜਿਹੜੀ ਹੈਗੀ ਸੀ ਕਾਂਗਰਸ ਦੀ ਜਿਹੜੀ ਹਾਈ ਕਮਾਨ ਵੱਲੋਂ ਉਹਨਾਂ ਨੂੰ ਕੱਢ ਦਿੱਤਾ ਗਿਆ। ਕੀ ਸਮਝਦੇ ਉਹਨਾਂ ਦੀ ਸਜ਼ਾ ਵਗੈਰਾ ਕਿ ਜਾਂ ਵਾਕਈ ਮਹਾਰਾਜ ਇਹ ਤਾਂ ਹੋਣਾ ਹੀ ਹੋਣਾ ਵਾ। ਹੁਣ ਜਿਨ੍ਹਾਂ ਨੇ ਗੁਰੂ ਧੰਨ ਸ਼੍ਰੀ ਗ੍ਰੰਥ ਸਾਹਿਬ ਦੇ ਆਪਣਾ ਬੇਅਦਬੀਆਂ ਕੀਤੀਆਂ ਸੀ, ਵੇਖੋ ਆਪਣਾ ਤੁਸੀਂ ਪੱਤਰਕਾਰ ਜੇ ਵੇਖੋ ਕਿ ਜਿਹੜੇ ਜੇਲ੍ਹਾਂ ਦੇ ਵਿੱਚ ਉਹਨੂੰ ਕੋੜ ਚੱਲ ਗਿਆ ਵਾ, ਉਹਦੇ ਹੱਥਾਂ ਪੈਰਾਂ 'ਤੇ ਕੋੜ ਚੱਲ ਗਿਆ, ਉਹ ਰੋਣ ਡਿਆ ਵਾ, ਉਹ ਮਾਫੀਆਂ ਮੰਗਦਾ ਪਿਆ ਕਿ ਉਸੇ ਗੁਰੂ ਕੋਲ ਹੀ ਵੀ ਮੈਨੂੰ ਮਾਫ ਕਰ ਦਿੱਤਾ ਜਾਵੇ। ਸਮਝਦੇ ਨਹੀਂ ਆ। ਵੇਖੋ ਇਹ ਹਸਤੀਆਂ ਗਈਆਂ, ਗੀਤਾ ਹੋਈ, ਕੁਰਾਨ ਹੋਈ, ਗੁਰੂ ਗ੍ਰੰਥ ਸਾਹਿਬ ਜੀ, ਇਹ ਬਹੁਤ ਤਗੜੀਆਂ ਹਸਤੀਆਂ ਗਈਆਂ।
ਬੰਦੇ ਦਾ ਕੰਮ ਹੀ ਨਹੀਂ ਹੈਗਾ ਇਹਨਾਂ ਨਾਲ ਮੱਥਾ ਲਾਉਣਾ, ਬੰਦੇ ਦਾ ਕੰਮ ਹੀ ਨਹੀਂ ਹੈਗਾ ਵੀ ਇਹਨਾਂ ਨੂੰ ਆਪਣੀ ਰਾਜਨੀਤੀ ਵਿੱਚ ਇਨਵੋਲਵ ਕਰਨਾ। ਜੇ ਸਹੁੰ ਖਾਣੀ ਤਾਂ ਉੱਦਾਂ ਤੂੰ ਸਹੁੰ ਖਾ ਲਾ, ਝੂਠੀ ਖਾ ਲਾ, ਸੱਚੀਆਂ ਖਾ ਲਾ, ਜਿੰਨੀਆਂ ਮਰਜ਼ੀਆਂ ਖਾ ਲਾ। ਵੇਖੋ ਜਿਹੜੇ ਗੁਰਕਾ ਸਾਹਿਬ ਵੇਖੋ ਇਹ ਅੰਗ ਹੈਗੇ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ, ਜਪਜੀ ਸਾਹਿਬ, ਸੁਖਮਨੀ ਸਾਹਿਬ, ਜਿੰਨੇ ਵੀ ਆਪਣੇ ਗੁਰਕਾ ਸਾਹਿਬ ਦੇ ਆਪਣਾ ਬਾਣੀਆਂ ਹੈਗੀਆਂ ਇਹ ਅੰਗ ਆ ਉਹਦੇ ਗੁਰੂ ਸਾਹਿਬ ਦੇ। ਇੱਕ ਕਿਸਮ ਦੇ ਉੱਤੇ ਗੁਰਕਾ ਸਾਹਿਬ ਨੂੰ ਨਹੀਂ ਮੱਥੇ ਲਾਇਆ, ਉਹਨੇ ਗ੍ਰੰਥ ਸਾਹਿਬ ਨੂੰ ਮੱਥੇ ਲਾ ਕੇ ਤੇ ਸਹੁੰ ਖਾਧੀ ਸੀ। ਉਹਦੀ ਸਜ਼ਾ ਤੇ ਮਿਲਣੀਆਂ ਭਾਵੇਂ ਜੋ ਮਰਜ਼ੀ ਜਿੱਥੇ ਮਰਜ਼ੀ ਬਾਦਲ ਪਰਿਵਾਰ ਭੱਜ ਲੇ, ਅਮਰਿੰਦਰ ਸਿੰਘ ਭੱਜ ਲੇ, ਜਿਹੜਾ ਮਰਜ਼ੀ ਦੁਨੀਆ ਦੇ ਆ ਭੱਜ ਲੇ, ਉਹ ਤੋਂ ਇਹ ਬਚਣਗੇ ਨਹੀਂ। ਵਿਚਾਰ ਜਦੋਂ ਪਰਿਵਾਰ ਦੇ ਨਾਲ ਕੀਤਾ ਤੇ ਉਹਦੇ ਕਾਫੀ ਕਿੰਤੂ ਪਰੰਤੂ ਵੀ ਕੁਝ ਸੁਣਨ ਨੂੰ ਮਿਲਿਆ ਕਿ ਜਾਂ ਸਹਿਮਤੀ ਹੀ ਤੁਹਾਨੂੰ ਜਤਾਈ ਗਈ? ਵੇਖੋ ਜੀ ਪਰਿਵਾਰ ਦੇ ਵਿੱਚ ਮੈਂ ਗੁਰੂ ਸਾਹਿਬ ਤੇ ਗੁਰੂ ਘਰ ਖਲੋਤਾਂਗਾ, ਝੂਠ ਨਹੀਂ ਬੋਲਣਾ। ਮੈਂ ਕਿਸੇ ਨੂੰ ਵੀ ਨਹੀਂ ਦੱਸਿਆ, ਇਹ ਘਰ ਦੇ ਵਿੱਚ ਕਿਸੇ ਨਾਲ ਜ਼ਿਕਰ ਨਹੀਂ ਕੀਤਾ ਪਹਿਲਾਂ ਵੀ ਮੇਰੀ ਸੋਚ ਕੀ ਹੈਗਾ, ਮੈਂ ਕੀ ਹੈਗਾ। ਤੇ ਉਹ ਜਦੋਂ ਫਿਰ ਪੋਤਰੀ ਹੋਈ ਫਿਰ ਇਹਨਾਂ ਨੂੰ ਮੈਂ ਘਰਦਿਆਂ ਦੱਸਿਆ ਵੀ ਅਸੀਂ ਆਹ ਮੈਸੇਜ ਦੇਣਾ ਵਾ, ਮੈਂ ਵਾਹਿਗੁਰੂ ਦੇ ਘਰ ਖਲੋਤਾ ਵਾਂ। ਕਿਸੇ ਨੇ ਵੀ ਕਿੰਤੂ ਪਰੰਤੂ ਘਰ 'ਚ ਨਹੀਂ ਕੀਤਾ ਵੀ ਤੁਸੀਂ ਕੀ ਕਰ ਰਹੇ ਜੇ, ਕਿਉਂਕਿ ਸ਼ੁਰੂ ਤੋਂ ਵੇਖੋ ਸ਼ੁਰੂ ਤੋਂ ਘਰ ਦੇ ਵਿੱਚ ਕਿਸੇ ਨੇ ਕਦੀ ਕਿੰਤੂ ਪਰੰਤੂ ਨਹੀਂ ਕੀਤਾ। ਜੇ ਕੋਈ ਪ੍ਰੋਗਰਾਮ ਹੋਣਾ ਮੈਂ ਲੀਕਣਾ ਵਾ, ਉਹਨਾਂ 7 ਵਚਨ ਜੀ, ਉਹ ਤਾਂ 7 ਵਚਨ ਕਹਿ ਦੇਣਾ ਵੀ ਠੀਕ ਆ ਜੋ ਕਰਨ ਡੇ। ਵਿਆਹ ਸ਼ਾਦੀਆਂ ਦੇ ਵਿੱਚ ਵੀ ਕੋਈ ਸਾਨੂੰ ਮੈਂ ਆਪਣੀ ਮਰਜ਼ੀ ਕਰਦਾ ਰਿਹਾ, ਮੈਂ ਤੁਹਾਨੂੰ ਕਹੀਏ ਜੀ ਮਰਜ਼ੀ ਦਾ ਮਤਲਬ ਇਹ ਨਹੀਂ ਵੀ ਘਰਦਿਆਂ ਤੋਂ ਓਵਰ ਹੋ ਕੇ ਚੱਲਣਾ। ਘਰਦਿਆਂ ਨੂੰ ਪਤਾ ਵੀ ਮੈਂ ਆਪਣੇ ਘਰ ਦੇ ਹਿਸਾਬ ਨਾਲ ਚੱਲਣਾ ਹੈਗਾ ਵੀ ਕਿਸ ਤਰ੍ਹਾਂ ਚੱਲਣਾ, ਲੇਕਿਨ ਮੈਨੂੰ ਘਰ ਦੇ ਪੂਰਾ ਰਿਸਪੌਂਸ ਮਿਲਦਾ ਹੈਗਾ। ਜੇ ਆਪਾਂ ਸ਼ਹੀਦ ਸਿੰਘਾਂ ਦੀਆਂ ਬਰਸੀਆਂ ਮਨਾਉਂਦੇ ਹਾਂ ਤਦ ਵੀ ਸਾਨੂੰ ਘਰਦਿਆਂ ਨੇ ਰਿਸਪੌਂਸ ਮਿਲਦਾ ਵਾ। ਆਪਾਂ ਕੋਈ ਕੰਮ ਕਰਦੇ ਹੈਗੇ ਆ, ਲੋਕਡਾਊਨ ਦੇ ਵਿੱਚ ਮੈਂ ਤੁਹਾਨੂੰ ਇੱਕ ਬੇਨਤੀ ਕਰ ਦੇਣਾ, ਲੋਕਡਾਊਨ ਦੇ ਵਿੱਚ 30 ਕੁਇੰਟਲ ਚੌਲਾਂ ਦੀ ਸਤਿਗੁਰ ਨੇ ਸੇਵਾ ਲਈ ਤੇ ਘਰਦਿਆਂ ਨੇ ਇੱਕ ਵਾਰੀ ਕਿੰਤੂ ਪਰੰਤੂ ਨੇ ਜਨਾਨੀ ਕਹਿੰਦੀ ਤੂੰ ਤੇ 30 ਕੁਇੰਟਲ 60-70 ਹਜ਼ਾਰ ਰੁਪਈਆ ਲੋਕਾਂ ਨੂੰ ਖਵਾਈ ਜਾਂਦਾ ਤੇ ਘਰ ਦਾ ਤਾਂ ਤੈਨੂੰ ਪਤਾ ਨਹੀਂ ਲੱਗਦਾ ਪਿਆ। ਲੇਕਿਨ ਨਹੀਂ, ਮੈਂ ਗੁਰੂ ਘਰ ਖਲੋਤਾ, ਘਰਦਿਆਂ ਨੇ ਇੱਕ ਵਾਰੀ ਨਹੀਂ ਕਿਹਾ ਵੀ ਤੁਸੀਂ ਕੀ ਕਰ ਰਹੇ। ਕਹਿੰਦੇ ਮੈਨੂੰ ਨਹੀਂ ਪਤਾ, ਤਾਂ ਇਹ ਜੋ ਪੈਸਾ ਹੈਗਾ ਤੁਹਾਡਾ ਹੈਗਾ, ਤੂੰ ਹੀ ਕੀ ਕਰ ਰਹੇ, ਕਿੱਥੇ ਵਰਤ ਲੈ, ਗਰੀਬਾਂ 'ਚ ਵੰਡ ਦਿਓ, ਜੋ ਮਰਜ਼ੀ ਕਰ ਦਿਓ। ਮੈਂ ਇੱਕ ਬੇਨਤੀ ਕਰਦਾ ਵਾਂ, ਅਸੀਂ ਸਤਿਗੁਰ ਨਾਲ ਇੱਕ ਐਗਰੀਮੈਂਟ ਕੀਤਾ ਵਾ। ਲੋਕੀ ਕਹਿੰਦੇ ਤੁਸੀਂ ਐਗਰੀਮੈਂਟ ਦੀ ਗੱਲ ਕਰ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਸੀਂ ਸਤਿਗੁਰ ਨਾਲ ਇਹ ਐਗਰੀਮੈਂਟ ਕੀਤਾ, ਸੱਚੇ ਪਾਤਸ਼ਾਹ ਸਾਨੂੰ ਕਾਰੋਬਾਰ ਦਿਓ, ਅਸੀਂ ਤੁਹਾਡਾ 10% ਦਸਵੰਧ ਕੱਢਦੇ ਹਾਂ। ਅਸੀਂ ਕੱਢਦੇ ਭਾਵੇਂ ਜੋ ਮਰਜ਼ੀ ਹੋਵੇ। ਜਦੋਂ ਸਾਡੇ ਕੋਲ ਸਾਡਾ ਫਰਨੀਚਰ ਦਾ ਕੰਮ ਹੈ, ਜਦੋਂ ਵੀ ਸਾਡੇ ਕੋਲ ਕਾਰੋਬਾਰ ਆਉਂਦਾ ਵਾ ਅਸੀਂ 10% ਸਤਿਗੁਰ ਦਾ ਕੱਢ ਕੇ ਸਾਈਡ 'ਤੇ ਰੱਖ ਦਿੰਦੇ ਹਾਂ। ਹਰ ਸਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਏ ਦਾ ਜਨਮ ਦਿਹਾੜਾ ਮਨਾਉਂਦੇ ਹਾਂ, ਅਸੀਂ ਉਸੇ ਦਸਵੰਧ 'ਚੋਂ ਕੱਢ ਕੇ ਮਨਾਇਆ ਜਾਂਦਾ ਵਾ। ਹੋਰ ਵੀ ਜਿੱਥੇ ਵੀ ਜੀ ਕਰਦਾ ਕੋਈ ਲੰਗਰ ਲਾਉਣਾ ਜਾਂ ਕਿਸ ਤਰ੍ਹਾਂ, ਜੇ ਕੋਈ ਧੀ ਦਾ ਵਿਆਹ ਵਾ, ਜਿੰਨੇ ਜੋ ਇਹ ਨਹੀਂ ਆਪਾਂ ਕਹਿੰਦੇ ਵੀ ਉਹਨੂੰ ਬਹੁਤ ਸਮਾਨ ਦੇ ਕੇ ਆਉਂਦੇ ਆ। ਅਗਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਵੀ ਅਸੀਂ ਸੱਚੇ ਪਾਤਸ਼ਾਹ ਜਿੰਨੇ ਜੋਗੇ ਹੈਗੇ ਅਸੀਂ ਤੁਹਾਡੀ ਸੇਵਾ ਕਰਾਂਗੇ। ਜੇ ਗੱਲ ਕਰੀਏ ਉਸ ਨੰਨੀ ਸੀ ਜਿਹੜੀ ਜਾਨ ਹੈਗੀ ਪੋਤਰੀ, ਉਹਦਾ ਕੀ ਨਾਮ ਰੱਖਿਆ ਜੀ? ਵੇਖੋ ਜੀ ਸਾਡਾ ਪਰਿਵਾਰ ਹੈਗਾ ਖਾਲਿਸਤਾਨੀਆਂ ਦਾ ਪਰਿਵਾਰ। ਜਦੋਂ 1984 ਦੀ ਜੰਗ ਹੋਈ ਸੀ ਉਦੋਂ ਸਾਡੇ ਪਰਿਵਾਰ ਸਾਡੇ ਫਾਦਰ ਸਾਹਿਬ ਨੇ ਅੰਦਰ ਜੰਗ ਲੜੀ ਸੀ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲ ਦੇ ਪੈਰੋਕਾਰ ਹੋਣ ਦੇ ਨਾਤੇ ਅਸੀਂ ਆਪਣੇ ਜਿੰਨਾ ਪਰਿਵਾਰ ਹੈਗਾ ਵਾ ਸਾਰਿਆਂ ਦਾ ਸ਼ਹੀਦ ਸਿੰਘਾਂ ਦੇ ਨਾਂ 'ਤੇ ਆਪਣੇ ਨਾਂ ਰੱਖੇ ਹੋਏ ਆ। ਵੱਡਾ ਬੇਟਾ ਉਹਦਾ ਨਾਂ ਸੁਬੇਗ ਸਿੰਘ ਰੱਖਿਆ ਗਿਆ, ਛੋਟਾ ਬੇਟਾ ਉਹਦਾ ਨਾਂ ਹਰਜਿੰਦਰ ਸਿੰਘ ਜਿੰਦਾ ਰੱਖਿਆ ਗਿਆ। ਹਰਜਿੰਦਰ ਸਿੰਘ ਰੱਖਿਆ ਜਿਹਨੇ ਵੈਦੀਆ ਪੂਨੇ ਦੇ ਵਿੱਚ ਮਾਰਿਆ ਸੀ। ਵੀ ਇੱਕ ਨਾਂ ਸਿੰਘਾਂ ਦੇ ਨਾਂ 'ਤੇ ਇਸ ਲਈ ਰੱਖਿਆ ਕਿ ਸਾਨੂੰ ਉਹਨਾਂ ਦੀ ਯਾਦ ਆਉਂਦੀ ਰਹੇ ਹਰ ਵੇਲੇ ਉਹ ਬ੍ਰੇਨ ਦੇ ਵਿੱਚ ਚੱਲਦਾ ਰਹਿੰਦਾ ਹਰਿਮੰਦਰ ਸਾਹਿਬ ਦਾ ਨਕਸ਼ਾ। ਤੇ ਫਿਰ ਜੇ ਆਪਣਾ ਸਾਹਮਣੇ ਪੋਤਰਾ ਹੈਗਾ ਵਾ, ਇਹਦਾ ਨਾਂ ਆਪਣਾ ਜੁਗਰਾਜ ਸਿੰਘ ਖਾਲਿਸਤਾਨੀ ਰੱਖਿਆ ਗਿਆ ਤੇ ਆਪਣਾ ਨਾਂ ਭੁੱਲ ਗਿਆ ਪੋਤਰੇ ਦਾ। ਕੋਈ ਨਹੀਂ ਮੈਂ ਕਟਿੰਗ ਕਰ ਦਾਂਗਾ। ਜਸਪ੍ਰੀਤ ਸਿੰਘ ਖਾਲਿਸਤਾਨੀ ਤੇ ਬੇਟੀ ਦਾ ਨਾਂ ਹਰਪ੍ਰੀਤ ਕੌਰ ਖਾਲਿਸਤਾਨੀ ਰੱਖਿਆ ਗਿਆ, ਛੋਟੀ ਜਿਹੜੀ ਹੈਗੀ ਹੈ। ਇੱਕ ਸਿਮਰਨ ਕੌਰ ਖਾਲਿਸਤਾਨੀ ਛੋਟੀ ਜਿਹੜੀ ਹੈਗੀ ਹੈ। ਅੱਛਾ ਜੀ, ਹੁਣ ਪੋਤਰੀ ਦਾ ਕੀ ਨਾਮ ਰੱਖਿਆ ਤੁਸੀਂ ਫਿਰ? ਹਰਪ੍ਰੀਤ ਕੌਰ ਖਾਲਿਸਤਾਨੀ। ਹਰਪ੍ਰੀਤ ਕੌਰ ਖਾਲਿਸਤਾਨੀ। ਇਹ ਵੀ ਕਿਸੇ ਸੂਰਮੇ ਸਿੰਘ ਦਾ ਨਾਮ ਵੇਖ ਕੇ ਤੁਸੀਂ ਰੱਖਿਆ ਕਿ ਜਾਂ ਨਹੀਂ? ਇਹ ਆਪਣਾ ਜਦੋਂ ਖਾਲਿਸਤਾਨੀ ਨਾਂ ਲੱਗ ਗਿਆ ਸੂਰਮਿਆਂ 'ਚ ਹੀ ਆ ਜਾਂਦਾ ਸਾਰਾ ਜੀ। ਭਾਵੇਂ ਆਪਣਾ ਕੋਈ ਹਿੰਦੂ ਵੀਰ ਵੀ ਨਾਂ ਰੱਖ ਲੇਗਾ, ਅਸੀਂ ਉਹਦਾ ਸਤਿਕਾਰ ਕਰਦੇ ਹਾਂ। ਵੀ ਭਾਵੇਂ ਹੁਣ ਕੁਮਾਰ ਖਾਲਿਸਤਾਨੀ ਕਹਿ ਦੇਗਾ, ਠੀਕ ਹੈ ਯਾਰ 7 ਵਜੇ ਯਾਰ ਤੂੰ ਆਪਣਾ ਭਰਾ ਹੈਗਾ, ਵੀਰ ਹੈਗਾ। ਕੀ ਮੈਸੇਜ ਦੇਣਾ ਚਾਹੁੰਦੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ, ਕਿਉਂਕਿ ਦੇਸ਼ ਵਿਦੇਸ਼ 'ਚ ਬੇਟੀਆਂ ਸੰਗਤਾਂ ਤੁਹਾਨੂੰ ਦੇਖ ਰਹੀਆਂ ਹੈਗੀਆਂ ਆ, ਉਹ ਵਧੀਆ ਮੈਸੇਜ ਤਾਂ ਤੁਸੀਂ ਦੇ ਹੀ ਰਹੇ ਹੋ, ਲੇਕਿਨ ਕਿਤੇ ਨਾ ਕਿਤੇ ਤੁਸੀਂ ਲੋਕਾਂ ਦੀ ਇੱਕ ਸੀਖ ਦਾ ਕਾਰਨ ਵੀ ਬਣਦੇ ਪਏ ਗਏ, ਉਹਨਾਂ ਦਾ ਇੱਕ ਸੁਨੇਹਾ ਵੀ ਦਿੰਦੇ ਪਏ ਗਏ। ਵੇਖੋ ਜੀ, ਮੈਨੂੰ ਨਹੀਂ ਪਤਾ ਵੀ ਇਸ ਤੋਂ ਪਹਿਲਾਂ ਕੋਈ ਇੱਦਾਂ ਦਾ ਕੰਮ ਹੋਇਆ ਹੈਗਾ। ਤੇ ਮੇਰੇ ਦਿਮਾਗ 'ਚ ਇਹ ਚੱਲ ਰਿਹਾ ਸੀ ਵੀ ਜਿਹੜੀਆਂ ਬੇਟੀਆਂ ਹੈਗੀਆਂ ਵਾ ਵਿਆਹ, ਇੱਕ ਹੋਰ ਮੈਂ ਸਵਾਲ ਕੀ ਆ ਮੇਰੇ ਦਿਮਾਗ 'ਚ ਇਹ ਚੱਲਦਾ ਵੀ ਜਿਹੜੀਆਂ ਕੁੜੀਆਂ ਭੱਜ ਕੇ ਵਿਆਹ ਕਰਾ ਲੈਂਦੀਆਂ ਨਾ, ਹੱਥ ਜੋੜ ਕੇ ਬੇਨਤੀ ਕਰਦਾ, ਬਾਪੂ ਦੀ ਪੱਗ ਨੂੰ ਦਾਗ ਨਾ ਲਾਇਆ ਕਰੋ। ਜੇ ਮਾੜੇ ਕਰਮ ਲਈ ਜਦੋਂ ਧੀ ਬੂਹੇ 'ਚੋਂ ਪੈਰ ਬਾਹਰ ਕੱਢਦੀ ਹੈ ਨਾ, ਤਾਂ ਸਮਝ ਲਓ ਵੀ ਆਪਣੇ ਭਰਾ ਦੀ ਪੱਗ ਨੂੰ ਦਾਗ ਲਾ ਦਿੰਦੀ ਆ। ਇੱਕ ਬੇਨਤੀ ਹੋਰ ਕਰਦਾ ਵੀ ਆਹ ਜਿਹੜਾ ਰੱਖੜੀ ਦਾ ਤਿਉਹਾਰ, ਮੇਰੀ ਗੱਲ ਦਾ ਕੋਈ ਸਾਰੀ ਦੁਨੀਆ ਗੁੱਸਾ ਨਾ ਮਨਾਵੇ। ਕਿਸੇ ਵੇਲੇ ਕਹਿੰਦੇ ਆ ਵੀ ਇਹ ਸੱਚ ਬੋਲਦਾ ਤੇ ਸੱਚ ਹੁੰਦਾ ਬੜਾ ਕੌੜਾ ਵਾ।
ਉਸ ਭੈਣ ਨੂੰ ਰੱਖੜੀ ਬੰਨਣ ਦਾ ਹੱਕ ਹੈਗਾ ਵਾ। ਜਿਹੜੀ ਭੈਣ ਉਸ ਭੈਣ ਨੂੰ ਆ ਜਿਹੜੀ ਕਿਸੇ ਦੇ ਬਾਹਰ ਰਿਲੇਸ਼ਨ ਨਹੀਂ ਹੈਗੇ, ਉਹ ਆਪਣੇ ਭਰਾ ਨੂੰ ਰੱਖੜੀ ਬੰਨ੍ਹ ਸਕਦੀ ਆ। ਤੇ ਜੇ ਇੱਧਰ ਬਾਹਰ ਯਾਰੀਆਂ ਲਾਉਣੀਆਂ ਤੇ ਭਰਾ ਨੂੰ ਰੱਖੜੀ ਬੰਨ੍ਹ ਦੇਣੀ ਸਾਲ ਪਿੱਛੇ, ਪਹਿਲਾਂ ਮੈਨੂੰ ਇਹ ਦੱਸੋ ਬਣਦਾ ਏ ਕੋਈ ਹੱਕ ਬਣਦਾ ਹੈਗਾ ਵਾ? ਭਰਾ ਕਹਿੰਦਾ ਮੈਂ ਤੇਰੀ ਰਾਖੀ ਕਰਨੀ ਆ, ਤੇ ਕਾਹਦੀ ਰਾਖੀ ਕਰਨੀ? ਉਹ ਤੇ ਪਹਿਲਾਂ ਹੀ ਆਪਣੇ ਸਭ ਸਿਆਪੇ ਬਾਹਰ ਕਰਕੇ ਆ ਗਈ ਆ, ਤੇ ਇਹਦੇ ਵਿੱਚ ਰਾਖੀ ਵਾਲੀ ਕਿਹੜੀ ਗੱਲ ਆ ਦੱਸੋ? ਜੇ ਆਪਾਂ ਗੱਲ ਕਰੀਏ ਇੱਕ ਛੋਟੀ ਜਿਹੀ, ਤੁਹਾਨੂੰ ਮੈਂ ਹੋਰ ਇੱਕ ਸਵਾਲ ਪੁੱਛਣਾ ਚਾਹੁੰਦਾ। ਅੱਜ ਵੀ ਸਾਡੀਆਂ ਕਈ ਮਾਤਾਵਾਂ ਜਿਹੜੀਆਂ ਹੈਗੀਆਂ ਆ, ਉਹ ਜਾਂ ਆਪਣੀਆਂ ਧੀਆਂ ਦਾ ਪੂਰਾ ਖਿਆਲ ਰੱਖਦੀਆਂ ਹੈਗੀਆਂ, ਮੋਬਾਈਲ ਦੇ ਲਾਗੇ ਵੀ ਨਹੀਂ ਉਹਨਾਂ ਨੂੰ ਜਾਣ ਦਿੰਦੀਆਂ, ਕਿਉਂਕਿ ਸਮਝਦੀਆਂ ਇਹਨਾਂ ਚੀਜ਼ ਨੂੰ। ਤੇ ਜਿਹੜਾ ਮੋਬਾਈਲ ਹੈਗਾ ਆ ਅੱਜ ਕੱਲ੍ਹ ਜਿਹੜਾ ਹੈਗਾ ਸੋਸ਼ਲ ਨੈਟਵਰਕ ਦਾ ਜ਼ਮਾਨਾ ਆ, ਹਰ ਇੱਕ ਚੀਜ਼ ਜਿਹੜੀ ਇਹਦੇ ਵਿੱਚ ਦੇਖਣ ਨੂੰ ਮਿਲਦੀ ਹੈਗੀ ਆ। ਤੇ ਕੀ ਸਮਝਦੇ ਜੇ ਕਿ ਜੇ ਹਰ ਕੋਈ ਘਰ ਦੀ ਜਿਹੜੀ ਲੇਡੀਜ਼ ਘਰ ਦੀ ਮੁੱਖ ਜਿਹੜੀ ਹੁੰਦੀ ਆ, ਉਹ ਆਪਣੀ ਧੀ ਨੂੰ ਮੋਬਾਈਲ ਜਿਹੜਾ ਟੱਚ ਵਾਲਾ ਨਾ ਲੈ ਕੇ ਦੇਵੇ, ਤੇ ਜਿਹੜਾ ਕਿ ਇਸ ਮਾਹੌਲ ਦੇ ਵਿੱਚ ਤਰ੍ਹਾਂ ਜਿਹੜਾ ਦਾ ਚੱਲਦਾ ਪਿਆ ਆ, ਇਹਦੇ ਵਿੱਚ ਥੋੜਾ ਬਚਾਅ ਹੋ ਸਕੇ? ਵੇਖੋ ਜੀ, ਬਚਾਅ ਤਾਂ ਜ਼ਰੂਰ ਹੋਏਗਾ। ਵੇਖੋ ਮੇਰੀ ਗੱਲ ਸੁਣੋ, ਵੇਖੋ ਜਿਹੜੀ ਜਦੋਂ ਬੱਚੀ ਸਕੂਲੇ ਜਾਣੇ, ਵੇਖੋ 10ਵੀਂ ਤੱਕ ਮੈਂ ਅੱਗੇ ਵੀ ਆਪਣਾ ਪੱਤਰਕਾਰ ਆਏ ਸੀ, ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਜਿੰਨਾ ਚਿਰ ਬੱਚੀ 10ਵੀਂ ਤੱਕ ਜਾਂਦੀ ਹੈ ਉਹਨੂੰ ਕੋਈ ਵੀ ਮੋਬਾਈਲ ਦੇ ਲਾਗੇ ਨਾ ਲੱਗਣ ਦਿੱਤਾ ਜਾਵੇ, ਨਾ ਮੋਬਾਈਲ ਲੈ ਕੇ ਦਿੱਤਾ ਜਾਵੇ। ਲੋਕੀ ਨਾ ਬੜਾ ਫਖਰ ਮਹਿਸੂਸ ਕਰਦੇ ਆਪਾਂ ਬੇਟੀਆਂ ਨੂੰ ਟੱਚ ਵਾਲਾ ਮੋਬਾਈਲ ਲੈ ਦਿੱਤਾ ਤੇ ਉਹਨਾਂ ਜਨਮ ਦਿਨ 'ਤੇ। ਉਹ ਤੁਸੀਂ ਟੱਚ ਵਾਲਾ ਮੋਬਾਈਲ ਨਹੀਂ ਲੈ ਕੇ ਦੇਤਾ, ਤੁਸੀਂ ਆਪਣੀ ਧੀ ਨੂੰ ਖਰਾਬ ਕਰ ਲਿਆ। ਤੁਸੀਂ ਆਪਣੀ ਧੀ ਨੂੰ ਖਰਾਬ ਕਰ ਲਿਆ। ਮੈਂ ਕਿ ਧੀਆਂ ਦੇ ਖਿਲਾਫ ਨਹੀਂ ਹੈਗਾ, ਮੈਂ ਤਾਂ ਕਹਿੰਦਾ ਵਾ ਵੀ ਧੀਆਂ ਦਾ ਬਹੁਤ ਜ਼ਿਆਦਾ ਸਤਿਕਾਰ ਹੋਣਾ ਚਾਹੀਦਾ ਵਾ। ਧੀਆਂ ਨਾਲ ਵੇਖੋ, ਧੀਆਂ ਅੱਜ ਕੱਲ੍ਹ ਨੌਕਰੀਆਂ ਕਰਦੀਆਂ ਪਈਆਂ ਵਾ, ਠੀਕ ਹੈ ਜੀ। ਵੇਖੋ ਮੈਂ ਆਪਣਾ ਚਾਵਲਾ ਨਾਂ ਦੀ ਸੀ ਜਿਹੜੀ ਆ ਅਮਰੀਕਾ ਦੇ ਵਿੱਚ ਪਲਾਟ 'ਤੇ ਗਈ ਸੀ। ਬਿਲਕੁਲ। ਚਲੋ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਕਿ ਉਹਨਾਂ ਦੀ ਡੈਥ ਹੋ ਗਈ ਉਹਦੇ ਵਿੱਚ ਹਾਦਸੇ ਵਿੱਚ। ਇਹ ਇਹੋ ਜਿਹੀਆਂ ਲੇਡੀਜ਼ ਜਿਹੜੀਆਂ ਚੰਦਰ ਤੱਕ ਪਹੁੰਚ ਗਈਆਂ, ਵੇਖੋ ਮੱਲਾਂ ਮਾਰਨੀਆਂ ਹੈਗੀਆਂ ਵਾ। ਮੁੱਖ ਮੰਤਰੀ ਤੱਕ ਦਾ ਇੱਧਰ ਮੇਰੀ ਗੱਲ ਪੋਸਟਾਂ ਦੇ ਉੱਤੇ ਇਹ ਲੇਡੀਜ਼ ਹੈਗੀਆਂ। ਤੇ ਜੇ ਲੇਡੀਜ਼ ਹੁੰਦੀਆਂ ਹੀ ਨਾ ਬੰਦਾ ਸੋਚਦਾ, ਤੇ ਫਿਰ ਇਹ ਜਿਹੜੀਆਂ ਪਲਾਟ ਤੱਕ ਗਈਆਂ ਵਾ, ਜਿਹੜੀਆਂ ਮੁੱਖ ਮੰਤਰੀ ਬਣੀਆਂ ਜਾਂ ਕਿਤੇ, ਇਹ ਤਾਂ ਫਿਰ ਹੋਣੀਆਂ ਨਹੀਂ ਚਾਹੀਦੀਆਂ। ਮਤਲਬ ਕਿਤੇ ਨਾ ਕਿਤੇ ਤੁਹਾਡੇ ਵਰਗੇ ਬਜ਼ੁਰਗਾਂ ਦੀ ਕਹਿ ਲਈਏ, ਤੇ ਉਹਨਾਂ ਦੇ ਮਾਪਿਓ ਵੀ ਜਿਹੜੇ ਜਿਨ੍ਹਾਂ ਦੇਸ਼ ਦਾ ਨਾਂ ਰੋਸ਼ਨ ਕੀਤਾ ਧੀਆਂ ਦੇ, ਉਹਨਾਂ ਦੇ ਮਾਪਿਓ ਦੀ ਸੋਚ ਵੀ ਤਾਂ ਇਸ ਤਰ੍ਹਾਂ ਦੀ ਹੋਏਗੀ ਨਾ ਕਿ ਚੰਗੇ ਸੰਸਕਾਰ ਦਿੱਤੇ ਹੋਣਗੇ, ਵਧੀਆ ਤਰੀਕੇ ਨਾਲ ਪਰਵਰਿਸ਼ ਕੀਤੀ ਹੋਏਗੀ, ਜਿਹਦੇ ਕਰਕੇ ਹੈਗਾ ਹੀ ਉਹ ਦੇਸ਼ ਦੁਨੀਆ 'ਚ ਨਾਂ ਜਿਹੜਾ ਰੋਸ਼ਨ ਕਰ ਸਕੀਆਂ। ਦੇਖੋ ਜੀ, ਮਾਂ ਪਿਓ ਦੇ ਜਿਹੜੇ ਸੰਸਕਾਰ ਹੁੰਦੇ ਨਾ, ਵੇਖੋ ਇੱਕ ਟੀਚਰ ਜਿਹੜਾ ਹੁੰਦਾ ਨਾ, ਟੀਚਰ ਜਦੋਂ ਬੱਚੇ ਨੂੰ ਪੜ੍ਹਾਉਂਦਾ ਹੈਗਾ, ਉਹ ਲੈਸਨ ਦਿੰਦਾ ਹੈਗਾ ਵਾ, ਤੇ ਲੈਸਨ ਬੱਚਾ ਪੜ੍ਹਦਾ ਤੇ ਫਿਰ ਹੀ ਆਪਣਾ 3-4 ਮਹੀਨਿਆਂ ਬਾਅਦ ਫਿਰ ਪੇਪਰ ਪੈਂਦਾ ਵਾ, ਫਿਰ ਉਹਦੇ ਰਿਜ਼ਲਟ ਦਾ ਪਤਾ ਲੱਗਦਾ। ਇਸ ਤਰ੍ਹਾਂ ਜਿਹੜੇ ਮਾਂ ਪਿਓ ਹੁੰਦੇ ਨੇ ਆਪਣੇ ਬੱਚਿਆਂ ਨੂੰ ਬੜੇ ਪਿਆਰ ਨਾਲ ਸਲੀਕੇ ਨਾਲ ਸਮਝਾਉਂਦੇ ਆ, ਉਹ ਫਿਰ ਹੀ ਗਾਂ ਆਪਣੇ ਆਪ ਵੱਧਦੀ ਜਾਂਦੀਆਂ। ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਮਾਂ ਪਿਓ ਸਾਡੀ ਸਪੋਰਟ ਕਰ ਰਹੇ ਹੈਗੇ ਆ, ਹਰ ਇੱਕ ਪਾਸੇ ਸਪੋਰਟ ਕਰ ਰਹੇ ਹੈਗੇ ਆ। ਮੈਂ ਇਹ ਨਹੀਂ ਕਹਿੰਦਾ ਵੀ ਕਾਲਜ ਨਾ ਜਾਣ, ਮੈਂ ਇਹ ਨਹੀਂ ਕਹਿੰਦਾ ਵੀ ਨੌਕਰੀਆਂ 'ਤੇ ਨਾ ਜਾਣ। ਮੈਂ ਇਹੋ ਬੇਨਤੀ ਕਰਦਾ ਵੀ ਸਿਰਫ ਇੱਕ ਆਪਣੇ ਭਰਾ ਦੀ ਪੱਗ ਨੂੰ ਨਾ ਲਾਜ ਲਾਇਓ, ਤੇ ਇੱਕ ਬਾਪੂ ਦੀ ਪੱਗ ਨੂੰ ਲਾਇਆ, ਤੇ ਜਿਹੜੀ ਮਾਤਾ ਦਾ ਦੁਪੱਟਾ ਉਹਦੇ ਸਿਰ 'ਤੇ ਹੀ ਰਵੇ, ਸਿਰ ਦੇ ਉੱਤੇ ਚਮਕਦਾ ਹੀ ਰਵੇ ਉਹਦੀ ਮਾਤਾ ਦਾ ਦੁਪੱਟਾ। ਤੇ ਜੇ ਉਹਦੇ ਧੀ ਦਾਗ ਲਾ ਦੇਗੀ ਤੇ ਮਾਤਾ ਦੇ ਦੁਪੱਟੇ ਲੈਣ ਦਾ ਕੀ ਫਾਇਦਾ, ਤੇ ਉਹਦੇ ਪੱਗ ਬੰਨਣ ਦਾ ਕੀ ਫਾਇਦਾ ਦੱਸੋ? ਉਹਦੇ ਬਾਜ਼ਾਰ ਦੇ ਵਿੱਚ ਤੁਰ ਵੀ ਨਹੀਂ ਸਕਦਾ ਭਰਾ, ਨਾ ਬਾਪੂ ਤੁਰ ਸਕਦਾ ਵਾ। ਤੇ ਮੈਂ ਬੇਨਤੀ ਕਰਦਾ, ਧੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਨਹੀਂ ਵੀ ਆਪਣੀ ਮਰਜ਼ੀਆਂ ਨਾ ਕਰੋ। ਇਹ ਜਿਹੜੇ ਸੁੱਖ ਹੈਗੇ, ਜਿਹੜੇ ਭੱਜ ਕੇ ਵਿਆਹ ਕਰਾਉਣ ਦੇ, ਇਹ 1-2 ਸਾਲ ਦੇ ਸੁੱਖ ਹੁੰਦੇ ਆ। ਤੇ ਜਦੋਂ ਫਿਰ ਪੀਰੀਅਡ ਬਦਲਦਾ ਵਾ, ਵੇਖੋ ਘਰੇਲੂ ਜ਼ਿੰਦਗੀ ਹੈਗੀ ਆ, ਪੀਰੀਅਡ ਬਦਲਦਾ, ਹਰ ਘਰ ਬਦਲਦਾ ਗਾ। ਉਹ ਫਿਰ ਉਹਨਾਂ ਨੂੰ ਯਾਦ ਆਉਂਦੀ ਮਾਂ ਪਿਓ ਦੀ, ਜਦੋਂ ਦੁੱਖ ਜਦੋਂ ਜ਼ਿਆਦਾ ਆ ਜਾਂਦੇ ਨਾ ਕਿਤੇ, ਤੇ ਫਿਰ ਮਾਂ ਪਿਓ ਦੀ ਯਾਦ ਆਉਂਦੀ, ਭੈਣ ਭਰਾਵਾਂ ਦੀ ਯਾਦ ਆਉਂਦੀਆਂ, ਲੇਕਿਨ ਉਹ ਫਿਰ ਜਦੋਂ ਪਿੱਛੇ ਭੌਣ ਕੇ ਵੇਖਦੀਆਂ ਨੂੰ ਕੋਈ ਨਜ਼ਰ ਨਹੀਂ ਆਉਂਦਾ। ਬਸ ਠੀਕ ਹੈ, ਬਹੁਤ ਬਹੁਤ ਧੰਨਵਾਦ। ਇਹ ਸੀ ਜਿਹੜੇ ਬਜ਼ੁਰਗ ਜਿਨ੍ਹਾਂ ਨੇ ਤਕਰੀਬਨ ਘਰ ਦੇ ਵਿੱਚ ਜਦੋਂ ਦੀਵਾਲੀ ਵਾਲੀ ਰਾਤ ਜਦੋਂ ਇਹਨਾਂ ਦੇ ਘਰ ਵਿੱਚ ਪੋਤਰੀ ਨੇ ਜਨਮ ਲਿਆ, ਤਾਂ ਉਹਦੀ ਖੁਸ਼ੀ ਜਿਹੜੀ ਉਹ ਜ਼ਾਹਰ ਇਸ ਤਰੀਕੇ ਨਾਲ ਕੀਤੀ। ਤੇ ਜਿੰਨਾ ਉਸ ਪੋਤਰੀ ਦਾ ਵੇਟ ਹੈਗਾ ਸੀ, ਸਿੱਕੇ ਜਿਹੜੇ ਹੈਗੇ ਸੀ, ਆਪਣੀ ਖੁਸ਼ੀ ਦੇ ਨਾਲ ਜ਼ਰੂਰਤਮੰਦਾਂ ਨੂੰ ਵੰਡ ਦਿੱਤੇ। ਔਰ ਵੱਡੀ ਗੱਲ ਹੈਗੀ ਆ, ਪੈਸੇ ਦੀ ਨਹੀਂ ਪਰਵਾਹ ਕੀਤੀ, ਉਹ ਨਾ ਹੀ ਇਹ ਨਹੀਂ ਗੱਲ ਸੋਚੀ, ਕਿਉਂਕਿ ਇਹਨਾਂ ਦਾ ਕਹਿਣਾ ਬਹੁਤ ਵਧੀਆ ਗੱਲ ਕੀਤੀ ਇਹਨਾਂ ਨੇ ਕਿ ਸਾਨੂੰ ਜਿਹੜੀ ਸਿੱਖਿਆ ਮਿਲੀ ਹੈਗੀ ਆ ਕਿ ਆਪਣਾ ਦਸ਼ਵੰਧ ਕੱਢੋ, ਮਿਹਨਤ ਕਰੋ, ਕੀਰਤ ਕਮਾਈ ਕਰੋ, ਤਾਂ ਕਿ ਜ਼ਰੂਰਤਮੰਦਾਂ ਦੀ ਜਿਹੜੀ ਹੈਗੀ ਉਹ ਨਾਲ ਮਦਦ ਵੀ ਹੋ ਸਕੇਗਾ, ਆਪਣਾ ਪਰਿਵਾਰ ਵੀ ਉਹ ਪਾਲਣ ਹੋ ਸਕੇ। ਅੰਮ੍ਰਿਤਸਰ ਤੋਂ ਗੁਰਮੀਤ ਰਾਏ ਦੀ ਰਿਪੋਰਟ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।